ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਸੋ USA ਸਟੱਡੀ ਵੀਜ਼ਾ ਤੇ ਅੱਜ ਬਹੁਤ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਾਸਟ ਕਿੰਨੀ ਹੈ USA ਸਟੱਡੀ ਵੀਜ਼ਾ ਦੀ, ਐਲੀਜੀਬਿਲਟੀ USA ਸਟੱਡੀ ਵੀਜ਼ਾ ਵਾਸਤੇ ਕੀ ਹੁੰਦੀ ਹੈ, ਤੇ ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਸਪਾਊਸ ਵੀਜ਼ਾ USA 'ਚ ਕੀ ਸਕੋਪ ਹੁੰਦਾ ਹੈ, ਕਿਵੇਂ ਲੱਗਦਾ ਹੈ, ਕੀ ਪੋਸੀਬਿਲਿਟੀਜ਼ ਹੁੰਦੀਆਂ ਨੇ। ਸੋ ਅੱਜ ਬਹੁਤ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਨੇ। ਲੈਂਡਮਾਰਕ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਸਮੀਤ ਸਿੰਘ ਭਾਟੀਆ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਜੀ ਨੂੰ 15 ਸਾਲ ਦਾ ਇਮੀਗ੍ਰੇਸ਼ਨ ਇੰਡਸਟਰੀ ਦਾ ਐਕਸਪੀਰੀਅੰਸ ਹੈ। ਸੋ ਮੈਂ ਚਾਹੂੰਗਾ ਇਹ ਸਾਰਾ ਐਕਸਪੀਰੀਅੰਸ ਜਿਹੜਾ USA ਸਟੱਡੀ ਵੀਜ਼ਾ ਨਾਲ ਰਿਲੇਟਿਡ ਅੱਜ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਇਹਨਾਂ 3 ਮੇਜਰ ਪੁਆਇੰਟਸ ਤੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਸਟ ਦੀ। ਜਸਮੀਤ ਜੀ, ਕਾਸਟ ਵਾਈਜ਼ ਤੁਸੀਂ USA ਸਟੱਡੀ ਵੀਜ਼ਾ ਨੂੰ ਕਿਵੇਂ ਦੇਖਦੇ ਹੋ, ਕੀ ਫਾਇਦੇ ਨੇ? ਸੋ ਪਹਿਲੀ ਗੱਲ ਤਾਂ ਦੇਖੋ, ਇੱਕ USA ਦਾ ਜਦੋਂ ਨਾਮ ਆ ਜਾਂਦਾ ਨਾ, ਯੂਨਾਈਟਿਡ ਸਟੇਟਸ ਆਫ ਅਮਰੀਕਾ, ਤਾਂ ਆਪਾਂ ਕਹਿੰਦੇ ਮਹਿੰਗਾ ਹੀ ਹੋਏਗਾ। ਸੋ ਪਹਿਲੀ ਗੱਲ ਬੱਚਿਆਂ ਦੇ ਦਿਮਾਗ 'ਚ ਇਹ ਆਉਂਦੀ ਕਿ ਬਹੁਤ ਮਹਿੰਗਾ ਹੈ ਐਂਡ ਸਟੂਡੈਂਟਸ ਨੂੰ ਲੱਗਦਾ ਕਿ ਮੈਂ USA ਜਾ ਹੀ ਨਹੀਂ ਸਕਦਾ। ਸੋ ਮੈਂ ਇਹ ਤੁਹਾਡੇ ਦਿਮਾਗ 'ਚ ਵਹਿਮ ਹੈ, ਕੈਨੇਡਾ ਤੋਂ ਵੀ ਸਸਤੇ ਕਾਲਜਿਸ ਹੈਗੇ, ਆਸਟ੍ਰੇਲੀਆ ਤੋਂ ਵੀ ਸਸਤੀਆਂ ਯੂਨੀਵਰਸਿਟੀਜ਼ ਹੈਗੀਆਂ USA 'ਚ, ਐਂਡ ਜਿਹੜੀ ਪੜ੍ਹਾਈ ਹੈ ਉਹ ਅਫੋਰਡੇਬਲ ਹੈਗੀ ਹੈ। ਸੋ ਜੇ ਕਾਲਜਿਸ ਦੀ ਅਸੀਂ ਗੱਲ ਕਰੀਏ ਤਾਂ ਜਿਹੜੀ ਫੀਸ ਹੈ ਉਹ $10,000 ਮਤਲਬ 8 ਲੱਖ ਤੋਂ ਲੈ ਕੇ 10 ਲੱਖ ਦੇ ਵਿੱਚ ਹੈ। ਜੇ ਯੂਨੀਵਰਸਿਟੀ ਦੀ ਗੱਲ ਕਰੀਏ ਉਹਦੀ ਫੀਸ 9 ਲੱਖ ਤੋਂ ਲੈ ਕੇ ਨੋ ਐਂਡ, ਮਤਲਬ ਕੋਈ ਐਂਡ ਹੀ ਨਹੀਂ ਹੈਗਾ, ਕਰੋੜਾਂ 'ਚ ਵੀ ਫੀਸ ਜਾਂਦੀ ਹੈ, ਬਟ 9 ਲੱਖ ਤੋਂ ਸਟਾਰਟ ਹੋ ਜਾਂਦੀ ਹੈ ਫॉर ਅ ਗਵਰਨਮੈਂਟ ਯੂਨੀਵਰਸਿਟੀ। ਔਰ ਕੁਝ ਸਰਕਾਰੀ ਕਾਲਜਾਂ ਦੀ ਫੀਸ ਇਸ ਤੋਂ ਵੀ ਘੱਟ ਹੈਗੀ ਹੈ। ਸੋ ਸਟੂਡੈਂਟ ਕਾਸਟ ਵਾਈਜ਼ ਜੇ ਅਸੀਂ ਗੱਲ ਕਰੀਏ ਤਾਂ ਅਫੋਰਡੇਬਲ ਸਟੱਡੀਜ਼ ਵਾਲੇ ਕਾਲਜਿਸ ਐਂਡ ਯੂਨੀਵਰਸਿਟੀਜ਼ ਆਰ ਅਵੇਲੇਬਲ ਇਨ USA। ਸੈਕੰਡਲੀ ਅਸੀਂ ਗੱਲ ਕਰੀਏ ਕਾਸਟ ਦੀ, ਜੋ ਗੱਲ ਚੱਲਦੀ ਹੈ ਤਾਂ ਆਪਾਂ ਇਹ ਵੀ ਕਹਿੰਦੇ ਹਾਂ ਕਿ ਵੀਜ਼ਾ ਲੱਗਣ ਤੋਂ ਪਹਿਲਾਂ ਕੀ ਖਰਚੇ ਆਉਂਦੇ ਆ। ਸੋ ਵੀਜ਼ਾ ਲੱਗਣ ਤੋਂ ਪਹਿਲਾਂ I-20 ਦਾ ਖਰਚਾ ਆ ਸਕਦਾ ਤੁਹਾਡਾ। ਵੀਜ਼ਾ ਲੱਗਣ ਤੋਂ ਪਹਿਲਾਂ ਜਿਵੇਂ ਮਾਸਟਰਸ 'ਚ ਜਿਹੜੇ ਬੱਚੇ ਜਾਂਦੇ ਆ ਉਹਨਾਂ ਨੂੰ ਆਪਣੀਆਂ ਜਿਹੜੀਆਂ ਮਾਰਕਸ਼ੀਟਸ ਹੈ ਉਹ ਇਵੈਲੂਏਟ ਕਰਨ ਦਾ ਖਰਚਾ ਆ ਸਕਦਾ ਹੈ। ਸੈਵਿਸ ਫੀਸ, ਸਟੂਡੈਂਟ ਐਕਸਚੇਂਜ ਵਿਜ਼ਿਟਰ ਇਨਫੋਰਮੇਸ਼ਨ ਸਿਸਟਮ, ਸੈਵਿਸ, ਇੱਕ ਸੈਵਿਸ ਨੰਬਰ ਜਨਰੇਟ ਹੁੰਦਾ ਜਦੋਂ ਤੁਹਾਡੀ I-20 ਆਉਂਦੀ ਹੈ। ਸੋ ਸੈਵਿਸ ਨੰਬਰ ਜਦੋਂ ਤੁਹਾਡਾ ਜਨਰੇਟ ਹੁੰਦਾ, ਤੁਸੀਂ ਸੈਵਿਸ ਫੀਸ ਜਮ੍ਹਾਂ ਕਰਾਉਣੀ ਹੈ ਜਿਹਦੀ ਕਾਸਟ ਹੈਗੀ $350। ਸੋ ਹਰ ਬੱਚੇ ਨੇ ਜਿੰਨੇ ਵੀ USA ਜਾਣਾ ਹੈ ਉਹਨੂੰ ਸੈਵਿਸ ਫੀਸ ਪੇ ਕਰਨੀ ਬਹੁਤ ਜ਼ਰੂਰੀ ਹੈ। ਦਿਸ ਨੰਬਰ ਵਿਲ ਬੀ ਐਕਟਿਵ ਟਿਲ ਯੂ ਆਰ ਲੀਗਲੀ ਸਟੂਡੈਂਟ ਇਨ USA। ਸੋ ਜਦ ਤੱਕ ਤੁਸੀਂ ਲੀਗਲ ਸਟੂਡੈਂਟ ਹੈਗੇ ਹੋ ਤੁਹਾਨੂੰ ਸੈਵਿਸ ਨੰਬਰ ਆਪਣਾ ਐਕਟਿਵ ਰੱਖਣਾ ਜ਼ਰੂਰੀ ਹੈ। ਹਰ ਕਾਲਜ ਨੂੰ ਇੱਕ ਅਲੱਗ DLI ਜਿਵੇਂ ਹੁੰਦਾ ਕੈਨੇਡਾ 'ਚ, ਉੱਦਾਂ ਹੀ I-20 ਲਈ ਨੰਬਰ ਹੁੰਦਾ, ਉੱਦਾਂ ਹੀ ਹਰ ਬੱਚੇ ਨੂੰ ਇੱਕ ਸੈਵਿਸ ਨੰਬਰ ਦਿੱਤਾ ਜਾਂਦਾ ਹੈ ਜਿਹੜਾ ਕਿ ਇੱਕ ਬਹੁਤ ਹੀ ਯੂਨੀਕ ਕਲਾਇੰਟ ਆਇਡੈਂਟੀਫਿਕੇਸ਼ਨ ਨੰਬਰ ਹੈ। ਸੋ ਸੈਵਿਸ ਫੀਸ $350 ਜਾਂਦੀ ਹੈ ਐਂਡ ਫਿਰ ਅੰਬੈਸੀ ਫੀਸ ਜਿਹੜੀ ਕਿ $185 ਹੈ ਉਹ ਜਾਂਦੀ ਹੈ। ਤੁਸੀਂ ਇਹ ਜਿਹੜੇ ਖਰਚੇ ਆ ਇਹ ਅਵੋਇਡ ਨਹੀਂ ਕੀਤੇ ਜਾ ਸਕਦੇ, ਇਹ ਵੀਜ਼ਾ ਲੱਗਣ ਤੋਂ ਪਹਿਲਾਂ ਹੀ ਹੈ। ਔਰ ਜਿਹੜੀ ਟਿਊਸ਼ਨ ਫੀਸ ਹੈ ਉਹ ਵੀਜ਼ਾ ਸਟੈਂਪਿੰਗ ਤੋਂ ਬਾਅਦ ਜਾਂਦੀ ਹੈ। ਸੋ ਐਲੀਜੀਬਿਲਿਟੀ ਦੀ ਗੱਲ ਕਰਦੇ ਹਾਂ ਜੀ। ਐਲੀਜੀਬਿਲਿਟੀ ਵਾਈਜ਼ ਕਿਹੜੇ ਪੁਆਇੰਟ ਨੇ ਜਿਹੜੇ ਪਲੱਸ 'ਚ ਗਿਣੇ ਜਾਣੇ ਚਾਹੀਦੇ ਆ USA ਦੀ ਜਦੋਂ ਗੱਲ ਹੁੰਦੀ? ਸੋ ਦੇਖੋ, ਐਲੀਜੀਬਿਲਿਟੀ ਵਾਈਜ਼ ਤਾਂ ਅਸੀਂ ਗੱਲ ਕਰੀਏ, ਅੱਜ ਹੀ ਸਾਡੀ ਟ੍ਰੇਨਿੰਗ ਹੋਈ ਹੈ ਪੈਸੀਫਿਕ ਸਟੇਟ ਯੂਨੀਵਰਸਿਟੀ ਕੈਲੀਫੋਰਨੀਆ ਦੀ, ਜਿਹਦਾ ਕੈਂਪਸ LA 'ਚ ਹੈ। ਸੋ ਉਹ ਕਹਿ ਰਹੇ ਹੈ UG ਦੀ ਰਿਕੁਆਇਰਮੈਂਟ 4.5 ਬੈਂਡ ਹੈ IELTS ਦੀ, ਔਰ PT ਦੀ ਰਿਕੁਆਇਰਮੈਂਟ 44 ਐਂਡ PG ਦੀ ਰਿਕੁਆਇਰਮੈਂਟ ਜਿਹੜੀ ਹੈਗੀ ਉਹ 5.5 ਬੈਂਡ ਹੈ ਐਂਡ PT ਦੀ ਰਿਕੁਆਇਰਮੈਂਟ ਹੈਗੀ ਹੈ 55। ਸੋ ਐਲੀਜੀਬਿਲਿਟੀ ਦੀ ਅਸੀਂ ਗੱਲ ਕਰੀਏ ਤਾਂ ਰਿਕੁਆਇਰਮੈਂਟਸ ਆਰ ਰੀਅਲੀ ਲੋ, ਬਿਕੋਜ਼ ਜਿਹੜਾ ਇਹਦਾ ਵੀਜ਼ਾ ਲੈਣਾ ਉਹ ਫਾਈਲ 'ਤੇ ਨਹੀਂ ਡਿਪੈਂਡ ਕਰਦਾ, ਉਹ ਤੁਹਾਡੇ ਸੈਲਫ ਕੌਨਫੀਡੈਂਸ 'ਤੇ ਡਿਪੈਂਡ ਕਰਦਾ। ਸੋ ਤੁਸੀਂ ਸੈਲਫ ਕੌਨਫੀਡੈਂਸ ਹੈ, ਤੁਸੀਂ ਇੰਟਰਵਿਊ ਦੇਣ ਜਦੋਂ ਜਾ ਰਹੇ ਹੋ ਤੁਸੀਂ ਕੌਨਫੀਡੈਂਟਲੀ ਆਪਣੀ ਇੰਟਰਵਿਊ ਦਿੰਦੇ ਹੋ ਔਰ ਜਿਹੜਾ ਵੀਜ਼ਾ ਆਫਿਸਰ ਤੁਹਾਨੂੰ ਸਵਾਲ ਪੁੱਛਦਾ ਉਹਦੇ ਕ੍ਰਿਸਪਲੀ ਆਨਸਰ ਦਿੰਦੇ ਹੋ, ਤਾਂ ਮੈਨੂੰ ਨਹੀਂ ਲੱਗਦਾ ਤੁਸੀਂ USA ਦਾ ਵੀਜ਼ਾ ਨਹੀਂ ਲੈ ਸਕਦੇ। ਸੋ ਸਾਰੇ ਸਟੂਡੈਂਟਸ ਨੂੰ ਮੇਰੀ ਐਡਵਾਈਸ ਹੈ ਕਿ USA ਲਈ ਲੈਂਡਮਾਰਕ ਇਮੀਗ੍ਰੇਸ਼ਨ ਐਕਸਪਰਟ ਹੈ, ਬਿਕੋਜ਼ ਵੀ ਆਰ AIRC ਮੈਂਬਰ ਆਲਸੋ, ਅਮਰੀਕਨ ਇੰਟਰਨੈਸ਼ਨਲ ਰਿਕਰੂਟਮੈਂਟ ਕਾਊਂਸਿਲ ਤੋਂ ਸਰਟੀਫਾਈਡ ਹੈ ਲੈਂਡਮਾਰਕ ਇਮੀਗ੍ਰੇਸ਼ਨ। ਔਰ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਜਦੋਂ ਵਿਜ਼ਿਟ ਕਰੋਗੇ ਤਾਂ ਡਾਇਰੈਕਟਲੀ ਤੁਹਾਡੀ ਐਪਲੀਕੇਸ਼ਨ ਯੂਨੀਵਰਸਿਟੀ ਜਾਂ ਕਾਲਜ 'ਚ ਅਪਲਾਈ ਹੋਏਗੀ, ਬਟ ਸਮਾਂ 4 ਹਫ਼ਤੇ ਤੋਂ ਲੈ ਕੇ 8 ਹਫ਼ਤੇ ਦਾ I-20 ਦਾ, ਬਿਕੋਜ਼ I-20 ਵਿਲ ਟੇਕ ਟਾਈਮ। ਔਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਜਿਹੜੀ ਯੂਨੀਵਰਸਿਟੀ ਦੀ ਫੀਸ ਹੈ, ਮੈਂ ਇਹਨੂੰ ਬਾਰ-ਬਾਰ ਇਸ ਲਈ ਕਹਿ ਰਿਹਾ ਬਿਕੋਜ਼ ਸਟੂਡੈਂਟਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫੀਸ ਵੀਜ਼ਾ ਲੱਗਣ 'ਤੇ ਹੀ ਜਾਂਦੀ ਹੈ, ਕਿਉਂਕਿ ਕਈ ਵਾਰੀ ਬੱਚੇ ਫੀਸ ਪਹਿਲਾਂ ਦੇ ਬੈਠਦੇ ਆ ਕਿਸੇ ਕੰਸਲਟੈਂਟ ਨੂੰ ਔਰ ਉਸ ਚੀਜ਼ 'ਚ ਫਸ ਜਾਂਦੇ ਨੇ। ਸੋ ਸਟੂਡੈਂਟਸ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਨੀਅਰੈਸਟ ਆਫਿਸ ਵਿਜ਼ਿਟ ਕਰੋ ਔਰ ਤੁਸੀਂ ਦੇਖੋ ਕਿ ਜਿਹੜਾ ਕੰਮ ਹੈ ਬਿਲਕੁਲ ਟਰਾਂਸਪੇਰੈਂਟ ਹੈ। ਫਸਟ ਆਫ ਆਲ ਤੁਹਾਡੀ I-20 ਅਪਲਾਈ ਕੀਤੀ ਜਾਏਗੀ, ਦੈਨ ਤੁਹਾਡੀ ਸਰਵਿਸ ਫੀਸ ਪੇ ਕੀਤੀ ਜਾਏਗੀ, ਫਿਰ ਤੁਹਾਡਾ ਇੱਕ CGI ਕੋਡ ਜਨਰੇਟ ਹੋਏਗਾ ਐਂਡ ਫਿਰ ਤੁਹਾਡੀ ਅਪਾਇੰਟਮੈਂਟ ਅੰਬੈਸੀ 'ਚ ਲਈ ਜਾਏਗੀ। ਸੋ ਲਾਸਟ ਤੇ ਗੱਲ ਕਰਦੇ ਹਾਂ ਸਪਾਊਸ ਦੀ। ਸਪਾਊਸ ਵੀਜ਼ਾ ਵਾਸਤੇ ਕੀ ਪ੍ਰੋਸੈਸ ਹੁੰਦਾ, ਕਿੰਨਾ ਕੁ ਈਜ਼ੀ ਸਕੋਪ ਹੁੰਦਾ? ਸੋ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਹਾਂ, ਬਟ ਮੇਰੀ ਐਡਵਾਈਸ ਹੈ ਕਿ ਅਸੀਂ ਇਕੱਠੇ ਨਾ ਅਪਲਾਈ ਕਰੀਏ।
colleges will not give you F2 category spouse visa ਕਿਉਂਕਿ ਸਟੂਡੈਂਟ ਦੀ ਜਿਹੜੀ ਕੈਟਾਗਰੀ ਹੁੰਦੀ ਹੈ ਉਹ F1 ਹੈਗੀ ਹੈ ਔਰ ਸਪਾਊਸ ਦੀ ਜਿਹੜੀ ਕੈਟਾਗਰੀ ਹੈ ਉਹ F2 ਹੈ। ਸੋ ਕਾਲਜਸ ਵਿਲ ਨਾਟ ਗਿਵ ਯੂ F2 ਦੀ I-20। ਸੋ ਜਿਹੜਾ ਸਪਾਊਸ ਹੈਗਾ ਉਹਨੂੰ ਵੀ I-20 ਲੈਣੀ ਪੈਂਦੀ ਹੈ, ਬਟ ਕਾਲਜਸ ਵਿਲ ਨਾਟ ਇਸ਼ੂ ਦੈਟ। ਯੂਨੀਵਰਸਿਟੀਜ਼ ਕੈਨ ਇਸ਼ੂ, ਬਟ ਪਹਿਲਾਂ F1 ਕੈਟਾਗਰੀ ਦਾ ਆਪਾਂ ਵੀਜ਼ਾ ਲੈ ਲਈਏ ਮੇਨ ਐਪਲੀਕੈਂਟ ਦਾ, ਦੈਨ ਵੀਜ਼ਾ ਲੈਣ ਤੋਂ ਬਾਅਦ ਆਪਾਂ F2 ਕੈਟਾਗਰੀ ਦੀ I-20 ਅਰੇਂਜ ਕਰੀਏ ਔਰ ਦੈਨ ਦੇ ਗੋ ਫॉर ਇੰਟਰਵਿਊ। ਬਿਕਾਜ਼ ਜਦੋਂ ਆਪਾਂ ਕਿਤੇ ਦੋਨੋਂ ਚਲੇ ਗਏ ਇੰਟਰਵਿਊ ਦੇਣ ਤਾਂ ਇੱਕ ਬੰਦੇ ਨੇ ਵੀ ਕੁਝ ਗਲਤ ਕਹਿਤਾ ਤਾਂ ਦੋਨੋਂ ਹੀ ਵੀਜ਼ਾ ਨਹੀਂ ਲੱਗਣੇ। ਸੋ ਮੇਰੀ ਐਡਵਾਈਸ ਹੈ ਕਿ ਵੀਜ਼ਾ ਲੱਗਣ ਤੋਂ ਬਾਅਦ ਅਸੀਂ F2 ਕੈਟਾਗਰੀ ਦਾ ਵੀਜ਼ਾ ਅਪਲਾਈ ਕਰੀਏ। ਸੋ ਕੋਈ ਵੀ ਡਾਊਟ ਹੈ ਤੁਹਾਨੂੰ USA ਦੀ ਜਿਹੜੀ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਤਾਂ ਤੁਸੀਂ ਲੈਂਡਮਾਰਕ ਦੀ ਟੀਮ ਨੂੰ ਕਾਲ ਕਰ ਸਕਦੇ ਹੋ, ਅਪਾਇੰਟਮੈਂਟ ਬਣਾ ਸਕਦੇ ਹੋ, ਜਸਮੀਤ ਜੀ ਨੂੰ ਮਿਲਣਾ ਚਾਹੁੰਦੇ ਹੋ ਮਿਲ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।